ਧੰਨ ਵਾਹਿਗੁਰੂ ਜੀਓ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵਥ। ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵਥ। ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਦੇ ਕਿਰਪਾ ਦੇ ਪਾਤਰ ਬਣ ਕੇ ਬੜੀ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸੋਦਰ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ, ਸ਼ਬਦਾਂ ਨੂੰ ਵਿਚਾਰਨ ਉਪਰੰਤ ਉਹਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਆਪਾਂ ਹੁਣ ਤੱਕ ਕੁੱਲ 52 ਸ਼ਲੋਕ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਵਿਚਾਰ ਲਏ ਹਨ। ਔਰ ਜਿਸ ਸ਼ਲੋਕ ਦਾ ਆਪ ਜੀ ਨੇ ਪਾਠ ਸੁਣਿਆ ਹੈ ਉਹ 53 ਨੰਬਰ ਸ਼ਲੋਕ ਹੈ, ਕਿਉਂਕਿ ਸਾਰੇ ਹੀ ਸ਼ਲੋਕ ਇਕੱਠੇ ਦਰਜ ਹਨ ਔਰ ਇੱਕ ਖਾਸ ਪ੍ਰਕਰਣ ਚੱਲਦਾ ਹੈ। ਕੱਲ ਦੇ ਦੀਵਾਨ ਵਿੱਚ ਜਿਨ੍ਹਾਂ 2 ਸ਼ਲੋਕਾਂ ਦੀ ਆਪਾਂ ਵਿਚਾਰ ਸਾਂਝੀ ਕੀਤੀ ਸੀ, ਉਹਨਾਂ ਸ਼ਲੋਕਾਂ ਦਾ ਤਾਲੁਕ ਉਸ ਤੋਂ ਪਿਛਲੇ ਸ਼ਲੋਕ ਦੇ ਨਾਲ ਸੀ, ਭਾਵ ਉਹਨਾਂ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਪਸ ਵਿੱਚ ਜੁੜੀ ਹੋਈ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ 50 ਨੰਬਰ ਸ਼ਲੋਕ ਦੇ ਵਿੱਚ ਫਰਮਾਇਆ, ਕੰਨ ਮੁਸੱਲਾ ਸੂਫ ਗਾਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਭਾਵ ਇਕੱਲਾ ਇਕਹਿਰਾ ਕੇਵਲ ਤੇ ਕੇਵਲ ਖਾਸ ਕਿਸਮ ਦਾ ਲਿਬਾਸ ਹੀ ਤੁਹਾਨੂੰ ਪਰਮੇਸ਼ਰ ਦੇ ਨੇੜੇ ਨਹੀਂ ਕਰ ਸਕਦਾ। ਜੇ ਸਾਡੇ ਅੰਤਰ ਆਤਮੇ ਦੀ ਪਵਿੱਤਰਤਾ ਕਾਇਮ ਨਹੀਂ ਹੈ, ਜਾਂ ਅਸੀਂ ਆਪਣੇ ਆਤਮਾ ਨੂੰ, ਸੁਰਤ ਨੂੰ ਵਿਸ਼ਿਆਂ ਤੋਂ, ਬੁਰਾਈ ਤੋਂ ਪਵਿੱਤਰ ਨਹੀਂ ਕਰਦੇ, ਰਹਿਤ ਨਹੀਂ ਕਰਦੇ, ਤਾਂ ਸਾਡੇ ਬਾਹਰ ਦੇ ਸਾਰੇ ਯਤਨ ਜਿਹੜੇ ਹਨ ਉਹ ਨਿਰਾਰਥਕ ਹਨ, ਵਿਖਾਵਾ ਮਾਤਰ ਹਨ। ਕੇਵਲ ਤਨ ਰਾਹੀਂ ਸੰਸਾਰ ਨੂੰ ਭੁਲੇਖਾ ਦੇ ਦੇਣਾ, ਭਰਮ ਵਿੱਚ ਪਾ ਦੇਣਾ, ਉਲਝਾ ਲੈਣਾ, ਧੋਖਾ ਦੇ ਦੇਣਾ, ਇਹ ਧਰਮੀ ਮਨੁੱਖ ਦਾ ਕਰਤੱਵ ਨਹੀਂ ਹੈ। ਇਸ ਲਈ ਸਤਿਗੁਰੂ ਜੀ ਨੇ ਫਰਮਾਇਆ ਅਗਲੇਰੇ ਸ਼ਲੋਕ ਵਿੱਚ, ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ, ਵੀ ਧਰਮੀ ਮਨੁੱਖ ਦੇ ਜੀਵਨ ਵਿੱਚ ਲੋਭ ਦੀ ਰਤ ਨਹੀਂ ਹੁੰਦੀ। ਭਾਵੇਂ ਕੋਈ ਲੱਖ ਪਰਖ ਕੇ ਵੇਖ ਲੈ, ਪਰਮੇਸ਼ਰ ਦੇ ਨੇੜੇ ਹੋਏ ਦੀ ਨਿਸ਼ਾਨੀ ਇਹ ਹੈ ਵੀ ਉਹ ਆਪਣੇ ਅੰਦਰੋਂ ਲੋਭ ਤੇ ਹਿਰਸ ਨੂੰ ਗਵਾ ਲੈਂਦਾ ਹੈ। ਇਸੇ ਹੀ ਸ਼ਲੋਕ ਦੀ ਵਿਆਖਿਆ ਫਿਰ 52 ਨੰਬਰ ਜੋ ਸ਼ਲੋਕ ਹੈ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ, ਉਹਨਾਂ ਨੇ ਇਸੇ ਸ਼ਲੋਕ ਦੀ ਵਿਆਖਿਆ ਵਿੱਚ ਆਪਣਾ ਸ਼ਲੋਕ ਰਚਿਆ। ਤੇ ਜਿਸ ਸ਼ਲੋਕ ਦਾ ਆਪ ਜੀ ਨੇ ਹੁਣੇ ਹੀ ਪਾਠ ਸ਼ਰਵਣ ਕੀਤਾ ਹੈ, ਇਹ ਪਿਛਲੇਰੇ ਸ਼ਲੋਕਾਂ ਦੇ ਨਾਲ ਰਲਿਆ ਹੋਇਆ ਉਹਨਾਂ ਦੀ ਹੋਰ ਐਕਸਪਲੇਨੇਸ਼ਨ ਦਿੰਦਾ ਹੈ, ਵਿਆਖਿਆ ਕਰਦਾ। ਬਾਬਾ ਸ਼ੇਖ ਫਰੀਦ ਸਾਹਿਬ ਸਮਝਾਉਂਦੇ ਹਨ, ਫਰੀਦਾ ਸੋਈ ਸਰਵਰ ਢੂੰਡ ਲਓ। ਸਰਵਰ ਦਾ ਭਾਵ ਹੈ ਸਰੋਵਰ।
ਤਾਲਾਬ। ਢੂੰਡ ਲਓ ਦਾ ਭਾਵ ਹੈ ਲੱਭ ਲਓ, ਖੋਜ ਲਓ, ਪਛਾਣ ਲਓ। ਐਸਾ ਸਰੋਵਰ, ਐਸਾ ਤਾਲਾਬ ਖੋਜੋ, ਲੱਭੋ, ਪਛਾਣੋ, ਜਿੱਥੋਂ ਲੱਭੀ ਵੱਥ, ਜਿਸ ਦੀ ਡੂੰਘਾਈ ਵਿੱਚ ਉਤਰ ਕੇ ਤੁਹਾਨੂੰ ਕੋਈ ਚੰਗੀ ਵਸਤੂ ਲੱਭ ਪਵੇ, ਕੋਈ ਚੰਗੀ ਚੀਜ਼ ਲੱਭ ਜਾਏ। ਦਰਅਸਲ ਇਹ ਉਦਾਹਰਣ ਹੈ, ਕਹਿੰਦੇ ਨੇ ਮਾਨ ਸਰੋਵਰ ਦੇ ਵਿੱਚੋਂ ਜਿਹੜੇ ਹੰਸ ਹਨ ਉਹ ਸੁੱਚੇ ਮੋਤੀ ਚੁਗਦੇ ਹਨ। ਤੇ ਸਾਡੇ ਪਿੰਡਾਂ, ਸ਼ਹਿਰਾਂ, ਨਗਰਾਂ ਵਿੱਚ ਆਮ ਹੀ ਪਿੰਡ ਦੇ ਬਾਹਰ-ਬਾਹਰ ਛੱਪੜ ਹੁੰਦੇ ਸਨ ਪਾਣੀ ਦੇ, ਜਿੱਥੇ ਸਾਰੇ ਪਿੰਡ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਉੱਥੇ ਤਲਾਬ ਜਿਹਾ, ਇੱਕ ਛੱਪੜ ਜਿਹਾ ਬਣ ਜਾਂਦਾ, ਉਹਦੇ ਚੋਂ ਬਦਬੂ ਵੀ ਆਉਂਦੀ, ਗੰਦਾ ਮੈਲਾ ਪਚੀਲਾ ਪਾਣੀ ਹੁੰਦਾ। ਹੁਣ ਜੇ ਕੋਈ ਸਮੁੰਦਰ ਦੀ ਡੂੰਘਾਈ ਵਿਚਲੀਆਂ ਕੀਮਤੀ ਚੀਜ਼ਾਂ ਛੱਪੜ ਦੇ ਵਿੱਚੋਂ ਲੱਭਣ ਤੁਰ ਪਵੇ ਤਾਂ ਇਹ ਉਸ ਦੀ ਅਗਿਆਨਤਾ ਮੰਨੀ ਜਾਏਗੀ। ਆਪਾਂ ਸਾਰੇ ਜਾਣਦੇ ਹਾਂ ਸਮੁੰਦਰਾਂ ਦੀ ਗਹਿਰਾਈ ਦੇ ਵਿੱਚੋਂ ਟੋਭੇ ਜਿਹੜੇ ਹਨ, ਡੂੰਘੀਆਂ ਟੁੱਬੀਆਂ ਲਾ ਕੇ ਬੜੀਆਂ ਕੀਮਤੀ ਚੀਜ਼ਾਂ ਕੱਢ ਲਿਆਉਂਦੇ ਨੇ। ਪਰ ਜੇ ਉਹੋ ਜਿਹੀਆਂ ਚੀਜ਼ਾਂ ਦੀ ਉਮੀਦ ਜਾਂ ਆਸ ਕੋਈ ਛੱਪੜ ਦੇ ਵਿੱਚੋਂ ਕਰੇ, ਜਿੱਥੇ ਸਾਰੇ ਪਿੰਡ ਦੀ ਗੰਦਗੀ ਇਕੱਠੀ ਹੁੰਦੀ ਹੈ, ਮੈਲਾ ਪਾਣੀ ਇਕੱਠਾ ਹੁੰਦਾ ਹੈ, ਤਾਂ ਅਸੀਂ ਉਸ ਮਨੁੱਖ ਨੂੰ ਅਗਿਆਨੀ ਆਖਾਂਗੇ। ਅਸੀਂ ਉਸ ਮਨੁੱਖ ਦੀ ਬੇਵਕੂਫੀ ਦੇ ਉੱਤੇ ਹੱਸਾਂਗੇ ਕਿ ਜਿਹੜੀ ਚੀਜ਼ ਤੂੰ ਸਮੁੰਦਰ ਦੀ ਗਹਿਰਾਈ ਚੋਂ ਲੱਭ ਸਕਦਾ ਹੈ, ਭਲਿਆ ਲੋਕਾ, ਉਹ ਤੈਨੂੰ ਛੱਪੜ ਦੇ ਵਿੱਚੋਂ ਨਹੀਂ ਲੱਭ ਸਕਦੀ। ਇੱਥੇ ਸਿਵਾਏ ਗੰਦਗੀ ਤੋਂ ਕੁਝ ਨਹੀਂ। ਇੱਥੇ ਤੂੰ ਕੇਵਲ ਚਿੱਕੜ ਦੇ ਵਿੱਚ ਲਿਬੜ ਸਕਦਾ ਹੈ, ਗੰਦਗੀ ਦੇ ਵਿੱਚ ਆਪਣਾ ਸਮਾਂ ਬਤੀਤ ਕਰ ਸਕਦਾ ਹੈ, ਹੋਰ ਕੁਝ ਨਹੀਂ। ਇੱਥੇ ਸਰੋਵਰ ਤੋਂ ਭਾਵ ਹੈ ਨੇਕ ਅਮਲ ਵਾਲੇ ਪੁਰਖ, ਚੰਗੇ ਉੱਚੇ ਜੀਵਨ ਵਾਲੇ ਲੋਕ, ਚੰਗੇ ਖਿਆਲਾਂ ਵਾਲੇ, ਚੰਗੇ ਵਿਹਾਰ ਵਾਲੇ ਮਨੁੱਖ। ਉਹ ਸਰੋਵਰ ਦੀ ਨਿਆਈ ਹੈ। ਉਹਨਾਂ ਦੇ ਅੰਦਰ ਡੂੰਘੇ ਉਤਰ ਕੇ, ਭਾਵ ਉਹਨਾਂ ਦੀ ਚੰਗੀ ਸੰਗਤ ਕਰਕੇ, ਉਹਨਾਂ ਦੇ ਗੁਣਾਂ ਦੀ ਪਹਿਚਾਣ ਕਰਕੇ ਤੁਸੀਂ ਕੋਈ ਚੰਗਾ ਗੁਣ ਉਹਨਾਂ ਕੋਲੋਂ ਸਿੱਖ ਸਕਦੇ ਹੋ, ਗ੍ਰਹਿਣ ਕਰ ਸਕਦੇ ਹੋ। ਆਪਾਂ ਰੋਜ਼ ਅਰਦਾਸ ਵਿੱਚ ਕੀ ਮੰਗਦੇ ਹਾਂ? ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਜੇ ਭਲਾ ਕੋਈ ਮੰਦੇ ਅਮਲ ਵਾਲੇ ਮਨੁੱਖ, ਜਿਹੜਾ ਕਿ ਛੱਪੜ ਦੀ ਨਿਆਈ ਹੈ, ਜਿਸ ਵਿੱਚ ਔਗਣ ਹੀ ਔਗਣ ਨੇ, ਹੁਣ ਉਹਦੀ ਸੋਭਤ ਸੰਗਤ ਵਿੱਚ ਬੈਠ ਕੇ ਉਹਦੇ ਵਰਗੇ ਕੰਮ ਕਰਕੇ ਜਾਂ ਉਸ ਮਨੁੱਖ ਦੀਆਂ ਆਦਤਾਂ ਗ੍ਰਹਿਣ ਕਰਕੇ ਕੋਈ ਸੋਚੇ ਕਿ ਮੇਰੇ ਜੀਵਨ ਵਿੱਚ ਖੁਸ਼ਹਾਲੀ ਆਏਗੀ, ਸਹਿਜ ਆਏਗਾ, ਸੁਖ ਆਏਗਾ, ਸਬਰ ਆਏਗਾ, ਸੰਤੋਖ ਆਏਗਾ, ਤੇ ਇਹ ਉਸ ਮਨੁੱਖ ਦੀ ਭੁੱਲ ਹੈ। ਮੰਦੇ ਅਮਲਾਂ ਵਾਲੇ ਮਨੁੱਖ ਕੋਲੋਂ ਕੇਵਲ ਗੰਦਗੀ ਹੀ ਪ੍ਰਾਪਤ ਹੋ ਸਕਦੀ ਹੈ, ਚੰਗਿਆਈ ਨਹੀਂ। ਜੇ ਚੰਗਿਆਈ ਲੱਭਣਾ ਚਾਹੁੰਦਾ ਹੈ ਮਨੁੱਖ, ਤੇ ਆਪਣੀ ਸੰਗਤ ਨੂੰ ਸੁਧਾਰੇ, ਆਪਣਾ ਬਹਿਣ ਖਲੋਣ ਬਦਲ ਲਵੇ, ਚੰਗੇ ਖਿਆਲਾਂ ਨਾਲ ਸਾਂਝ ਬਣਾਏ, ਚੰਗੇ ਅਮਲਾਂ ਵਾਲੇ ਪੁਰਖਾਂ ਤੋਂ ਕੁਝ ਸਿੱਖੇ, ਚੰਗੇ ਬਚਨ ਸੁਣਨ ਦਾ ਤੇ ਸਮਝਣ ਦਾ ਹੀਆ ਕਰੇ, ਯਤਨ ਕਰੇ, ਕੋਸ਼ਿਸ਼ ਕਰੇ। ਫਿਰ ਕਿਤੇ ਜਾ ਕੇ ਉਸ ਨੂੰ ਕੋਈ ਵੱਤ, ਕੋਈ ਜੀਵਨ ਦੀ ਖੁਸ਼ਹਾਲੀ ਦਾ ਕੋਈ ਰਾਜ਼ ਹੱਥ ਵਿੱਚ ਆ ਸਕਦਾ ਹੈ। ਇਸ ਲਈ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਛੱਪੜਾਂ ਦੇ ਵਿੱਚੋਂ ਕੀਮਤੀ ਵਸਤੂਆਂ ਨਹੀਂ ਲੱਭਣਗੀਆਂ, ਵੱਧ ਤੋਂ ਵੱਧ ਉੱਥੇ ਇੰਨਾ ਹੋ ਸਕਦਾ ਹੈ ਕਿ ਤੇਰਾ ਜਿਸਮ, ਤੇਰਾ ਹੱਥ ਢੂੰਡਦਿਆਂ ਹੋਇਆਂ ਖੁਦ ਚਿੱਕੜ ਦੇ ਨਾਲ ਲਬਰੇਜ਼ ਹੋ ਜਾਏ। ਇਸ ਸ਼ਲੋਕ ਦਾ ਭਾਵ 50 ਨੰਬਰ ਸ਼ਲੋਕ ਦੀ ਵਿਆਖਿਆ ਨਾਲ ਜੁੜਿਆ ਹੋਇਆ ਕਿ ਕੰਨ ਉੱਤੇ ਮੁਸੱਲਾ ਹੈ, ਸੂਫ ਗਲ ਹੈ, ਮਿੱਠੀ ਬੋਲੀ ਹੈ, ਪਰ ਦਿਲ ਕਾਤੀ ਭਾਵ ਅੰਦਰ ਛੁਰੀ ਚੱਲਦੀ ਹੈ। ਬਾਹਰ ਦਿਸੈ ਚਾਨਣਾ, ਉਹ ਬਾਹਰੋਂ ਤਾਂ ਚਾਨਣ ਵਰਗੇ ਦਿਸਦੇ ਨੇ, ਪਰ ਦਿਲ ਅੰਧਿਆਰੀ ਰਾਤ, ਅੰਦਰ ਉਹਨਾਂ ਦੇ ਹਨੇਰਾ ਪਸਰਿਆ ਹੋਇਆ। ਐਸੇ ਪੁਰਖ ਛੱਪੜ ਦੇ ਸਮਾਨ ਹਨ। ਐਸੇ ਜੀਵ ਆਪਣੇ ਅੰਤਰ ਆਤਮੇ ਨੂੰ ਪਲੀਤ ਕਰਕੇ ਖੁਦ ਵੀ ਗੰਦਗੀ ਵਿੱਚ ਜੀਂਦੇ ਨੇ, ਔਰ ਜਿਹੜੇ ਲੋਕ ਭੁਲੇਖਾ ਖਾ ਕੇ ਉਹਨਾਂ ਦੇ ਬਾਹਰੀ ਸਰੂਪ ਤੋਂ, ਉਹਨਾਂ ਦੇ ਕੋਲੋਂ ਜੀਵਨ ਦੀ ਖੁਸ਼ਹਾਲੀ ਲੋੜਦੇ ਨੇ, ਉਹਨਾਂ ਨੂੰ ਵੀ ਸਿਵਾਏ ਗੰਦਗੀ ਤੋਂ ਕੁਝ ਹਾਸਲ ਨਹੀਂ ਹੁੰਦਾ। ਇਸ ਤੋਂ ਅਗਲੇਰੇ ਸ਼ਲੋਕ ਵਿੱਚ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰਮਾਉਂਦੇ ਨੇ, ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਇਆਸ,
ਧਨ ਕੂ ਕੇਂਦੀ ਗੋਰ में ਤੈ ਸ਼ਹ ਨਾ ਮਿਲਿਆਸ। ਨੰਢੀ ਦਾ ਮਤਲਬ ਹੁੰਦਾ ਹੈ ਨੱਢੜੀ, ਭਾਵ ਜਵਾਨੀ ਦੀ ਉਮਰ ਵਿੱਚ। ਇੱਕ ਐਸੀ ਇਸਤਰੀ, ਇੱਕ ਉਦਾਹਰਣ ਦਿੰਦੇ ਨੇ ਪ੍ਰਤੀਕ ਵਰਤ ਕੇ, ਇੱਕ ਬਿੰਬ ਸਿਰਜ ਕੇ, ਕਹਿੰਦੇ ਨੇ ਜਵਾਨੀ ਦੀ ਉਮਰ ਹੈ, ਆਪਣੇ ਪਤੀ ਨਾਲ ਚੰਗੇ ਢੰਗ ਨਾਲ ਆਪਣੀ ਸਾਂਝ ਕਾਇਮ ਨਹੀਂ ਕੀਤੀ। ਜਿਹੜਾ ਇੱਕ ਰਿਲੇਸ਼ਨ ਹੈ, ਇੱਕ ਸਾਂਝ ਹੈ, ਇੱਕ ਰਿਸ਼ਤਾ ਹੈ, ਉਹਨੂੰ ਚੰਗੇ ਢੰਗ ਨਾਲ ਨਿਭਾਉਣ ਦੀ ਬਜਾਏ ਉਹਦੇ ਵਿੱਚ ਕੁੜੱਤਣ ਪੈਦਾ ਕਰ ਲਈ। ਜੀਵਨ ਦਾ ਸਮਾਂ ਗੁਜ਼ਰ ਗਿਆ ਤੇ ਜਦੋਂ ਜਵਾਨੀ ਗੁਜ਼ਰ ਗਈ, ਅੱਧ ਖੜ ਦੀ ਉਮਰ ਵੀ ਗੁਜ਼ਰ ਗਈ, ਫਿਰ ਬੁਢੇਪੇ ਨੇ ਜ਼ੋਰ ਪਾਇਆ, ਸਰੀਰ ਕਮਜ਼ੋਰ ਹੋ ਗਿਆ, ਬੁਢੇਪਾ ਆ ਗਿਆ। ਤੇ ਜਿਸ ਵੇਲੇ ਖੁਦ ਉਹ ਜੀਵ ਇਸਤਰੀ, ਜਿਸ ਦਾ ਆਪਣੇ ਪਤੀ ਨਾਲ ਕਦੇ ਵੀ ਨੇੜਤਾ, ਮੁਹੱਬਤ, ਪ੍ਰੇਮ, ਇਤਫਾਕ ਵਾਲਾ ਸੰਬੰਧ, ਸਾਂਝ ਨਹੀਂ ਰਹੀ, ਜਦੋਂ ਆਖਰੀ ਸਾਹਾਂ ਦੇ ਉੱਤੇ ਤੇ ਉਦੋਂ ਲੋੜਦੀ ਹੈ ਕਿ ਮੇਰੀ ਸਾਂਝ ਮੇਰੇ ਪਤੀ ਦੇ ਨਾਲ ਚੰਗੀ ਬਣੇ, ਸਾਡਾ ਪਿਆਰ ਵੱਧ ਜਾਏ, ਸਾਡੀ ਮੁਹੱਬਤ ਵੱਧ ਜਾਏ, ਸਾਡੇ ਪਰਿਵਾਰ 'ਚ ਖੁਸ਼ਹਾਲੀ ਆ ਜਾਏ। ਹੁਣ ਕੀ ਲਾਭ ਹੋਇਆ? ਹੁਣ ਤੇ ਸਰੀਰ 'ਚੋਂ ਸਾਹ ਨਿਕਲਣ ਵਾਲੇ ਨੇ, ਹੁਣ ਤਾਂ ਇੱਕ ਤਰ੍ਹਾਂ ਨਾਲ ਸ਼ਮਸ਼ਾਨ ਘਾਟ ਵੱਲ ਤਿਆਰੀ ਹੈ। ਹੁਣ ਖੁਸ਼ਹਾਲੀ ਦੇ ਕੀ ਅਰਥ? ਜਦੋਂ ਵਕਤ ਸੀ ਉਦੋਂ ਸੰਭਾਲਿਆ ਨਹੀਂ, ਉਦੋਂ ਆਪਣੇ ਗੁਰੂਰ ਵਿੱਚ ਰਹੀ, ਆਪਣੇ ਮਾਣ ਵਿੱਚ ਰਹੀ, ਆਪਣੀ ਹੈਂਕੜ ਵਿੱਚ, ਈਰਖਾ ਵਿੱਚ, ਕ੍ਰੋਧ ਵਿੱਚ ਸੜਦਿਆਂ ਹੋਇਆਂ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰ। ਤੇ ਜਦੋਂ ਸਾਰਾ ਕੁਝ ਗੁਜ਼ਰ ਗਿਆ ਤੇ ਕਬਰ ਦੇ ਵਿੱਚ ਪਈ ਹੋਈ ਮਾਨੋ ਉਹ ਇਹ ਸੋਚਦੀ ਹੈ ਵੀ ਹੁਣ ਮੇਰੇ ਪਤੀ ਨਾਲ, ਪਰਿਵਾਰ ਨਾਲ ਸਾਂਝ ਬਣੇ, ਸਾਡਾ ਪਰਿਵਾਰ ਖੁਸ਼ਹਾਲ ਹੋਵੇ। ਹੁਣ ਤਾਂ ਉਹ ਵਕਤ ਹੀ ਗੁਜ਼ਰ ਗਿਆ ਜਿਸ ਵਕਤ ਦੇ ਵਿੱਚ ਖੁਸ਼ਹਾਲੀ ਨੂੰ ਮਾਣਿਆ ਜਾਣਾ ਸੀ, ਪਰਿਵਾਰ ਦੀ ਖੁਸ਼ਹਾਲੀ ਦੇ ਲਈ ਮੁਹੱਬਤ ਦਾ ਰਿਸ਼ਤਾ ਕਾਇਮ ਕਰਨਾ ਸੀ। ਇੱਥੇ ਇਸ ਗੱਲ ਤੋਂ ਭਾਵ ਕੀ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਸਾਡੇ ਕੋਲੇ ਵਕਤ ਹੁੰਦਾ ਹੈ, ਇੱਕ ਸਮਾਂ ਬਣਦਾ ਹੈ। ਕੋਈ ਚੰਗਾ ਮਨੁੱਖ ਆ ਕੇ ਸਾਨੂੰ ਚੰਗੀ ਖਬਰ ਦੱਸਦਾ ਹੈ, ਕੋਈ ਚੰਗੀ ਮੱਤ ਦਿੰਦਾ ਹੈ, ਅਸੀਂ ਉਸ ਖਬਰ ਨੂੰ, ਉਸ ਵਕਤ ਨੂੰ, ਉਸ ਗੱਲ ਨੂੰ ਸੰਭਾਲਦੇ ਨਹੀਂ। ਕਦੇ ਸਬਬ ਬਣਦਾ ਹੈ, ਅਸੀਂ ਖੁਦ ਗੁਰੂ ਕੀ ਬਾਣੀ ਨਾਲ ਜੁੜਦੇ ਹਾਂ, ਕੋਈ ਵਕਤ ਹੁੰਦਾ ਹੈ, ਸਤ ਸੰਗਤ ਵਿੱਚ ਬੈਠਦੇ ਹਾਂ, ਉੱਥੇ ਵੀ ਉਹ ਸਮਾਂ ਜਿਹੜਾ ਹੈ ਅਸੀਂ ਹੋਰਨਾਂ ਸੋਚਾਂ ਵਿੱਚ ਗਵਾ ਲੈਂਦੇ ਹਾਂ। ਇੱਕ ਵਕਤ ਸਾਨੂੰ ਕੁਦਰਤ ਇੱਕ ਮੌਕਾ ਦਿੰਦੀ ਹੈ ਨਾ, ਜਦੋਂ ਸਾਰੀਆਂ ਚੀਜ਼ਾਂ, ਚੰਗੇ ਖਿਆਲ, ਚੰਗੀ ਸੰਗਤ, ਚੰਗਾ এনवायरमेंट, ਜਦੋਂ ਵੀ ਕੋਈ ਚੰਗੀ ਚੀਜ਼ ਸਾਨੂੰ ਮਿਲਦੀ ਉਹਨੂੰ ਅਸੀਂ ਸੰਭਾਲਦੇ ਨਹੀਂ, ਕੁਰਾਏ ਪੈ ਰਹਿੰਦੇ ਹਾਂ ਉਸ ਵਕਤ ਵੀ। ਤੇ ਜਦੋਂ ਕੁਰਾਏ ਪੈ ਕੇ ਬੁਰਾਈ ਦੀ ਹੱਦ ਤੱਕ ਸਾਡਾ ਜੀਵਨ ਪਹੁੰਚ ਜਾਂਦਾ, ਤਬਾਹੀ ਤੱਕ ਅਸੀਂ ਪਹੁੰਚ ਜਾਂਦੇ ਹਾਂ, ਉਸ ਵੇਲੇ ਅਸੀਂ ਇੱਛਾ ਕਰਦੇ ਹਾਂ ਵੀ ਸਾਡੇ ਜੀਵਨ 'ਚ ਖੁਸ਼ਹਾਲੀ ਆਵੇ। ਇਹ ਉਵੇਂ ਦੀ ਗੱਲ ਹੈ ਜਿਵੇਂ ਕੋਈ ਜ਼ਹਿਰ ਖਾ ਕੇ ਸੋਚੇ ਵੀ ਹੁਣ ਮੈਂ ਅਮਰ ਹੋ ਜਾਵਾਂਗਾ। ਜੇ ਕੋਈ ਕੁੜੱਤਣ ਵਾਲੀ ਚੀਜ਼ ਮੂੰਹ ਦੇ ਵਿੱਚ ਪਾ ਕੇ ਸੋਚੇ ਵੀ ਇਹਦਾ ਸਵਾਦ ਮੈਨੂੰ ਮਿਠਾਸ ਵਰਗਾ ਹੈ, ਇਹ ਕਿਵੇਂ ਸੰਭਵ ਹੈ? ਬੀਜੇ ਵੇਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਜੇ ਤੂੰ ਫਲ ਚੰਗਾ ਚਾਹੁੰਦਾ, ਜਿਹੋ ਜਿਹਾ ਤੂੰ ਫਲ ਚਾਹੁੰਦਾ, ਬੀਜ ਵੀ ਉਹੋ ਜਿਹਾ ਬੀਜ। ਇਹ ਨਹੀਂ ਹੋ ਸਕਦਾ। ਫਰੀਦਾ ਲੋੜਾ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਕੋਈ ਕਿੱਕਰ ਦੇ ਬੀਜ ਬੀਜੇ ਤੇ ਆਖੇ, ਸਮਝੇ ਕੋਈ ਜ਼ਮੀਨਦਾਰ, ਕੋਈ ਕਿਸਾਨ ਆਖੇ ਵੀ ਮੈਂ ਕਿੱਕਰ ਦੇ ਬੀਜ ਬੀਜਣੇ ਨੇ, ਪਰ ਚਾਹੁੰਦਾ ਮੈਂ ਆ ਵੀ ਇਹਨੂੰ ਦਾਖਾਂ ਲੱਗਣ। ਇਹ ਕਿਵੇਂ ਸੰਭਵ ਹੈ? ਮਨੁੱਖ ਵੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਹੀ ਵਿਹਾਰ ਕਰਦਾ। ਚੰਗਾ ਬਚਨ ਸੁਣਨ ਨੂੰ ਮਿਲੇ, ਉਹਨੂੰ ਸੁਰਤ 'ਚ ਨਹੀਂ ਵਸਾਉਂਦਾ। ਕੋਈ ਚੰਗੀ ਮੱਤ ਦੇਵੇ, ਸਾਨੂੰ ਉਹ ਵਾਧੂ ਜਿਹਾ ਲੱਗਦਾ ਹੈ, ਬੋਝ ਜਿਹਾ ਲੱਗਦਾ ਹੈ, ਟਾਈਮ ਦੀ ਖਰਾਬੀ ਲੱਗਦੀ ਹੈ। ਚੰਗਾ এনवायरमेंट ਮਿਲ ਜਾਏ, ਅਸੀਂ ਉਹਦੇ ਤੋਂ ਕੁਝ ਸਿੱਖ ਕੇ, ਕੁਝ ਗ੍ਰਹਿਣ ਕਰਕੇ, ਕੁਝ ਆਪਣੇ ਆਪ ਨੂੰ ਬਦਲਣ ਦੀ ਬਜਾਏ ਉਹ ਸਮੇਂ ਨੂੰ ਗੁਜ਼ਾਰ ਦਿੰਦੇ ਆ, ਵਾਧੂ ਸਮਝਦੇ ਆ। ਹੁੰਦਾ ਕੀ ਹੈ? ਮੰਦੇ ਅਮਲ ਕਰਦਿਆਂ ਹੋਇਆਂ, ਮਾੜੇ ਰਾਹ ਤੇ ਚੱਲਦਿਆਂ, ਮਾੜੀਆਂ ਸੋਚਾਂ ਅਪਣਾ ਕੇ ਸਾਡੇ ਜੀਵਨ ਵਿੱਚ ਮੁਸ਼ਕਲਾਂ ਵੱਧਦੀਆਂ ਜਾਂਦੀਆਂ। ਜਦੋਂ ਉਹਦੇ ਰਿਜ਼ਲਟ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਭੈੜੇ ਨਿਕਲਦੇ ਨੇ ਤੇ ਉਸ ਭੈੜੀ ਅਵਸਥਾ ਵਿੱਚ ਜਾ ਕੇ ਅਸੀਂ ਸੋਚਦੇ ਹਾਂ ਵੀ ਸਾਨੂੰ ਖੁਸ਼ਹਾਲੀ ਕਿਉਂ ਨਹੀਂ ਮਿਲੀ, ਸਾਨੂੰ ਸੁੱਖ ਕਿਉਂ ਨਹੀਂ ਮਿਲਿਆ, ਸਾਨੂੰ ਉਹ ਜੀਵਨ ਦਾ ਆਨੰਦ ਪ੍ਰਾਪਤ ਕਿਉਂ ਨਹੀਂ ਹੋਇਆ, ਸਾਡੀ ਜ਼ਿੰਦਗੀ ਸਵਰੀ ਕਿਉਂ ਨਹੀਂ। ਅਸੀਂ ਉਸ ਵੇਲੇ ਇਹ ਨਹੀਂ ਸੋਚਦੇ ਵੀ ਸਾਡੀ ਭੁੱਲ ਹੈ, ਸਾਡੀ ਗਲਤੀ ਹੈ, ਅਸੀਂ ਉਹ ਵਕਤ ਖੁੰਝਾ ਲਿਆ।
ਉਸੇ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਨੰਢੀ ਕੰਤ ਨਾ ਰਾਵਿਓ। ਜਵਾਨੀ ਦੀ ਉਮਰ ਸੀ ਤੇ ਆਪਣੇ ਪਤੀ ਨੂੰ ਮਾਣਿਆ ਨਹੀਂ, ਭਾਵ ਉਸ ਰਿਸ਼ਤੇ ਦੀ ਅਹਿਮੀਅਤ ਨਹੀਂ ਸਮਝੀ। ਵੱਡੀ ਥੀ ਮੁਯਾਸ, ਉਮਰ ਵੱਡੀ ਹੋ ਗਈ ਤੇ ਪ੍ਰਾਣ ਨਿਕਲ ਗਏ, ਬਜ਼ੁਰਗ ਹੋ ਕੇ ਸਾਹ ਨਿਕਲ ਗਏ, ਜੀਵਨ ਖਤਮ ਹੋ ਗਿਆ। ਧਨ ਕੂ ਕੇਂਦੀ ਗੋਰ ਮੈਂ, ਗੋਰ ਦਾ ਭਾਵ ਹੈ ਕਬਰ। ਉਹ ਫਿਰ ਔਰਤ ਜਿਹੜੀ ਹੈ ਜਿਸ ਨੇ ਜਵਾਨੀ ਦਾ ਭਾਵ ਪਹਿਲਾ ਜੀਵਨ ਦਾ ਚੰਗਾ ਪੜਾਅ ਵਿਅਰਥ ਵਿੱਚ ਗਵਾ ਲਿਆ, ਬੁਢੇਪਾ ਆਇਆ, ਸਰੀਰ ਚੋਂ ਪ੍ਰਾਣ ਨਿਕਲ ਗਏ, ਸਰੀਰ ਕਬਰ 'ਚ ਪੈ ਗਿਆ। ਧਨ ਕੂ ਕੇਂਦੀ ਗੋਰ ਮੈਂ ਤੈ ਸ਼ੈ ਨਾ ਮਿਲੀ ਆਸ। ਫਿਰ ਉਹ ਪਛਤਾਵਾ ਹੀ ਕਰ ਸਕਦੀ ਹੈ ਨਾ ਵੀ ਮੈਂ ਵਕਤ ਨੂੰ ਕਿਉਂ ਨਾ ਸੰਭਾਲਿਆ, ਦੁੱਖਾਂ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਲਈ। ਮੰਦਾ ਅਮਲ ਕੇਵਲ ਪਛਤਾਵਾ ਦੇ ਕੇ ਜਾਂਦਾ ਹੈ ਤੇ ਚੰਗਾ ਅਮਲ ਜਿਹੜਾ ਹੈ ਉਹ ਮਨੁੱਖ ਨੂੰ ਮਾਣ ਤੇ ਫਖਰ ਦਿੰਦਾ, ਉਹ ਆਤਮਾ ਨੂੰ ਬਲਸ਼ਾਲੀ ਬਣਾਉਂਦਾ। ਤੇ ਅਗਲੇਰੇ ਬਚਨ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਬਖਸ਼ਿਸ਼ ਕਰਦੇ ਨੇ, ਫਰੀਦਾ ਸਿਰ ਪੜਿਆ ਦਾੜੀ ਪੜੀ, ਮੁੱਛਾਂ ਪੀ ਪੜੀਆਂ, ਰੇ ਮਨ ਗਹਿਲੇ ਬਾਵਲੇ, ਮਾਣੈ ਕਿਆ ਰਲੀਆਂ। ਆਖਦੇ ਨੇ ਵੇਖ ਤੇਰਾ ਜੀਵਨ ਦਾ ਵਕਤ ਕਿਵੇਂ ਗੁਜ਼ਰ ਰਿਹਾ। ਛੋਟੇ ਵਾਲਾਂ ਤੋਂ ਕੇਸ ਵੱਡੇ ਹੋਏ ਸਿਰ ਦੇ, ਹੌਲੀ ਹੌਲੀ ਜ਼ਿੰਦਗੀ ਦਾ ਉਹ ਪੜਾਅ ਆਇਆ ਜਿੱਥੇ ਦਾੜੀ ਮੁੱਛਾਂ ਪ੍ਰਗਟ ਹੋਈਆਂ, ਕਾਲੇ ਕੇਸ ਹੌਲੀ ਹੌਲੀ ਚਿੱਟੇ ਹੋ ਗਏ, ਹੌਲੀ ਹੌਲੀ ਕੇਸਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਵੈਸੇ ਮਨੁੱਖ ਯਤਨ ਕਰਦਾ ਹੈ ਕਿ ਮੇਰੇ ਕੇਸਾਂ ਦਾ ਰੰਗ ਜਿਹੜਾ ਉਹ ਕਾਲਾ ਰਹੇ। ਜਦੋਂ ਕੁਦਰਤੀ ਤੌਰ ਤੇ ਉਹ ਕੇਸ ਚਿੱਟੇ ਹੁੰਦੇ ਨੇ ਤੇ ਸਾਨੂੰ ਲੱਗਦਾ ਹੈ ਮੈਂ ਬੁੱਢਾ ਦਿਸਣ ਲੱਗ ਪਿਆ। ਹੁਣ ਦੂਜੇ ਮੈਨੂੰ ਇਹ ਸਮਝਣਗੇ ਵੀ ਇਹ ਵੱਡਾ ਹੋ ਗਿਆ, ਬਜ਼ੁਰਗ ਹੋ ਗਿਆ, ਪੁਰਾਣਾ ਹੋ ਗਿਆ। ਹੁਣ ਉਮਰ ਅੱਗੇ ਨੂੰ ਜਾ ਰਹੀ ਹੁੰਦੀ ਹੈ ਪਰ ਬੰਦਾ ਉਹਨੂੰ ਪਛਾਣ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ, ਫਿਰ ਉਹ ਵੱਧ ਤੋਂ ਵੱਧ ਇੰਨਾ ਹੀ ਕਰ ਸਕਦਾ ਵੀ ਡਾਈ ਕਰ ਲੈ, ਕੇਸ ਕਾਲੇ ਕਰ ਲੈ, ਹੋਰ ਤਾਂ ਕੁਦਰਤ ਦੇ ਅੱਗੇ ਤਾਂ ਕੋਈ ਜ਼ੋਰ ਤੇ ਨਹੀਂ। ਪਰ ਉਹ ਆਪਣੇ ਓੜ ਕੋੜ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਦਿਸਾਂ ਨਾ, ਹੋਵਾਂ ਭਾਵੇਂ ਬੁੱਢਾ ਹੀ ਪਰ ਨਜ਼ਰ ਨਾ ਆਵਾਂ। ਫਿਰ ਉਹ ਆਰਟੀਫੀਸ਼ੀਅਲ ਤਰੀਕੇ ਵਰਤਦਾ। ਇਹਨੂੰ ਇੰਨਾ ਹੀ ਕਿਹਾ ਜਾ ਸਕਦਾ ਹੈ ਵੀ ਮਨੁੱਖ ਜੋ ਹੈ ਉਹ ਦਿਸਣਾ ਨਹੀਂ ਚਾਹੁੰਦਾ ਤੇ ਜੋ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ। ਇਸ ਤਰ੍ਹਾਂ ਦੀਆਂ ਚੁਸਤੀਆਂ ਚਲਾਕੀਆਂ ਦੇ ਵਿੱਚ ਉਹ ਬੜਾ ਯਤਨ ਕਰਦਾ ਹੈ, ਪਰ ਅਖੀਰ ਜਦੋਂ ਸਾਰੇ ਸਰੀਰ ਦੇ ਵਿੱਚੋਂ ਹੀ ਅੰਗ ਅੰਗ ਦੇ ਵਿੱਚੋਂ ਬੁਢੇਪਾ ਨਸ਼ਰ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਆਪੇ ਹੀ ਹਾਰ ਕੇ ਥੱਕ ਕੇ ਹੰਬ ਕੇ ਛੱਡ ਦਿੰਦਾ ਵੀ ਹੁਣ ਤੇ ਕੋਈ ਚਾਰਾ ਨਹੀਂ ਨਾ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹਦਾ ਭਾਵ ਹੈ ਜਿਸ ਵੇਲੇ ਬੁਢੇਪਾ ਸਰੀਰ ਦੇ ਉੱਤੇ ਆ ਗਿਆ, ਸਿਰ ਪਲਿਆ, ਭਾਵ ਦਾ ਇਹ ਹੈ ਸਿਰ ਪਲ ਗਿਆ, ਭਾਵ ਕੇਸ ਚਿੱਟੇ ਹੋ ਗਏ, ਦਾੜੀ ਪੜੀ, ਦਾੜੀ ਚਿੱਟੀ ਹੋ ਗਈ, ਮੁੱਛਾਂ ਭੀ ਪਲੀਆਂ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਭਾਵ ਰੋਮ ਰੋਮ ਦੇ ਵਿੱਚੋਂ ਬੁਢੇਪਾ, ਬਜ਼ੁਰਗੀ, ਵੱਡਾਪਨ ਸਰੀਰ ਦਾ, ਸਰੀਰ ਪੁਰਾਣਾ ਹੋ ਗਿਆ, ਨਿਸ਼ਾਨੀਆਂ ਦਿਸਣੀਆਂ ਸ਼ੁਰੂ ਹੋ ਗਈਆਂ। ਫਿਰ ਵੀ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਰੇ ਮਨ ਗਹਿਲੇ ਬਾਵਲੇ। ਗਹਿਲੇ ਦਾ ਭਾਵ ਹੈ ਗਾਫਲ। ਗਾਫਲ ਦਾ ਮਤਲਬ ਹੁੰਦਾ ਹੈ ਵੀ ਸੱਚ ਸਾਹਮਣੇ ਦਿਸ ਰਿਹਾ ਤੇ ਫਿਰ ਵੀ ਅਣਜਾਣ ਬਣਨ ਦੀ ਬੰਦਾ ਕੋਸ਼ਿਸ਼ ਕਰੇ, ਉਹਨੂੰ ਆਪਾਂ ਗਾਫਲ ਕਹਿੰਦੇ। ਕਈ ਵਾਰ ਹੁੰਦਾ ਨਾ ਪਿਆ ਆਪਾਂ ਅਲਾਰਮ ਲਾਇਆ, ਅਲਾਰਮ ਵੱਜੀ ਜਾਂਦਾ, ਪਤਾ ਵੀ ਅਲਾਰਮ ਵੱਜ ਰਿਹਾ ਤੇ ਲਾਇਆ ਵੀ ਇਸ ਕਰਕੇ ਸੀ ਵੀ ਇੰਨੇ ਵਜੇ ਉੱਠਣਾ, ਫਿਰ ਵੀ ਬੰਦਾ ਉਹਦੇ ਤੋਂ ਅਣਜਾਣ ਜਿਹਾ ਹੋ ਕੇ ਕੱਪੜਾ ਕੰਨਾਂ ਦੇ ਦੁਆਲੇ ਘੁੱਟਦਾ ਵੀ ਇਹ ਆਵਾਜ਼ ਮੇਰੇ ਕੰਨਾਂ 'ਚ ਨਾ ਪਵੇ, ਜਾਨੀ ਕਿ ਖੁਦ ਹੀ ਅਲਾਰਮ ਲਾਇਆ, ਖੁਦ ਵੱਜ ਵੀ ਰਿਹਾ, ਪਤਾ ਵੀ ਵੀ ਮੈਂਓ ਲਾਇਆ, ਇੰਨੇ ਵਜੇ ਉੱਠਣ ਵਾਸਤੇ ਲਾਇਆ, ਫਿਰ ਵੀ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਮੈਂ ਤਾਂ ਸੁਣਿਆ ਹੀ ਨਹੀਂ। ਇਸ ਨੂੰ ਗਾਫਲਪਣਾ ਕਹਿੰਦੇ ਨੇ ਵੀ ਸੱਚ ਦਿਸ ਵੀ ਰਿਹਾ, ਸਮਝ ਆ ਵੀ ਰਹੀ ਹੈ ਗੱਲ ਵੀ ਹੋ ਕੀ ਰਿਹਾ, ਫਿਰ ਵੀ ਬੰਦਾ ਅਣਜਾਣ ਬਣਨ ਦੀ ਕੋਸ਼ਿਸ਼ ਕਰੇ। ਇਸ ਅਵਸਥਾ ਵਿੱਚ ਬੰਦਾ ਧੋਖਾ ਕਿਹਨੂੰ ਦਿੰਦਾ? ਖੁਦ ਨੂੰ, ਆਪਣੇ ਆਪ ਨੂੰ। ਉਹਨੂੰ ਗਾਫਲਤਾ ਹੀ ਕਿਹਾ। ਰੇ ਮਨ ਗਹਿਲੇ ਬਾਵਲੇ, ਹੇ ਮੂਰਖ ਝੱਲੇ ਗਾਫਲ ਮਨ, ਮਾਣੇ ਕਿਆ ਲੜੀਆਂ।
ਕੀ ਰੰਗ ਤਮਾਸ਼ਿਆਂ ਵਿੱਚ ਲੱਗਾ ਹੋਇਆ, ਤੈਨੂੰ ਵਿਖਾਈ ਨਹੀਂ ਦਿੰਦਾ ਤੂੰ ਜ਼ਿੰਦਗੀ ਦੇ ਕਿਸ ਪੜਾਅ ਤੇ ਪਹੁੰਚ ਗਿਆ? ਇਹਦੋਂ ਅੱਗੇ ਹੁਣ ਤੇਰੇ ਲਈ ਕੀ ਹੈ, ਕਦੇ ਸੋਚ ਕੇ ਵੇਖ, ਕਦੇ ਵਿਚਾਰ ਕੇ ਵੇਖ। ਫਿਰ ਫਰਮਾਉਂਦੇ ਹਨ, ਫਰੀਦਾ ਕੋਠੇ ਧੁਕਣ ਕੇਤੜਾ, ਫਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ, ਗਏ ਵਿਲਾੜ ਵਿਲਾੜ। ਹੁਣ ਬੰਦਾ ਮੈਦਾਨ ਦੇ ਵਿੱਚ ਭੱਜ ਰਿਹਾ ਹੋਵੇ, ਕਿਸੇ ਸੜਕ ਤੇ ਭੱਜ ਰਿਹਾ ਹੋਵੇ, ਤੇ ਆਪਾਂ ਕਹਿ ਸਕਦੇ ਹਾਂ ਵੀ ਮੀਲਾਂ ਬੱਧੀ ਬੰਦਾ ਭੱਜ ਸਕਦਾ ਹੈ ਜੇ ਇਹਦੇ ਸਰੀਰ 'ਚ ਤਾਕਤ ਹੈ। ਕਈ ਮੀਲ ਭੱਜ ਸਕਦਾ ਹੈ, ਕਈ ਕਿਲੋਮੀਟਰ ਜਾ ਸਕਦਾ ਹੈ। ਇੱਕ ਬੰਦਾ ਕੋਠੇ ਦੀ ਛੱਤ ਉੱਤੇ ਭੱਜ ਰਿਹਾ ਹੋਵੇ ਤੇ ਉਹਦੀ ਇੱਕ ਲਿਮਟ ਹੈ ਨਾ ਭੱਜਣ ਦੀ, ਵੀ ਜਿੰਨਾ ਕੁ ਛੱਤ ਦਾ ਦਾਇਰਾ ਉਹਨਾਂ ਕੀ ਭੱਜ ਸਕਦਾ ਹੈ ਨਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜਿਹੜੀ ਉਮਰ ਹੈ ਨਾ ਸਾਡੀ, ਲਾਈਫ ਹੈ ਜਿਹੜੀ, ਇਹਦੀ ਇੱਕ ਹੱਦ ਹੈ, ਇਹਦੀ ਇੱਕ ਲਿਮਟ ਹੈ, ਇਹਦੀ ਇੱਕ ਸੀਮਾ ਹੈ। ਇਹ ਕੁਝ ਦਹਾਕਿਆਂ 'ਚ ਬੱਝੀ ਹੋਈ ਹੈ, ਇਹਦੋਂ ਅੱਗੇ ਨਹੀਂ ਤੂੰ ਜਾ ਸਕਦਾ। ਹੁਣ ਤੂੰ ਆਖੇ ਵੀ ਮੈਨੂੰ ਕਦੇ ਮੌਤ ਆਵੇ ਹੀ ਨਾ ਤੇ ਮੈਂ ਕਦੇ ਮਰਾਂ ਹੀ ਨਾ, ਅਨਲਿਮਟਿਡ ਲਾਈਫ ਹੋਵੇ, ਇਹ ਨਹੀਂ ਹੋ ਸਕਣਾ। ਸਰੀਰ ਦਾ ਆਪਣਾ ਇੱਕ ਸਮਾਂ ਤੇ ਇਹਨੇ ਉਹਨਾਂ ਸਮਾਂ ਹੀ ਰਹਿਣਾ। ਤੂੰ ਸਮਝ ਵੀ ਤੂੰ ਕੋਠੇ ਦੇ ਉੱਤੇ ਦੌੜ ਰਿਹਾ ਹੈ ਤੇ ਕੋਠੇ ਦੀ ਛੱਤ ਜਿਹੜੀ ਹੈ ਉਹਦੀ ਇੱਕ ਲਿਮਟ ਹੈ, ਕਿੰਨੇ ਬਾਈ ਕਿੰਨੇ ਦਾ ਲੈਂਟਰ ਹੋਏਗਾ, ਕਿੰਨੇ ਬਾਈ ਕਿੰਨੇ ਦੀ ਛੱਤ ਹੋਏਗੀ। ਹੁਣ ਜਿੰਨਾ ਕੁ ਮੈਦਾਨ ਹੈ ਤੂੰ ਉਹਨੇ ਵਿੱਚ ਹੀ ਨਾ। ਆਪਾਂ ਕਈ ਵਾਰ ਵੇਖਿਆ ਹੈ, ਕਿਸੇ ਵੀ ਗੇਮ ਨੂੰ ਲਓ, ਸਟੇਡੀਅਮ ਦਾ ਇੱਕ ਦਾਇਰਾ ਹੁੰਦਾ ਹੈ ਨਾ, ਤੇ ਸਟੇਡੀਅਮ ਦੇ ਵਿੱਚ ਵੀ ਇੱਕ ਦਾਇਰਾ ਹੈ ਜਿੰਨੇ ਵਿੱਚ ਉਹਨਾਂ ਨੇ ਖੇਡਣਾ। ਇਹ ਥੋੜਾ ਵੀ ਖੇਡਦੇ ਖੇਡਦੇ ਉਹ ਬਾਲ ਸਟਰੀਟ ਤੇ ਲੈ ਜਾਣਗੇ, ਜਿੱਦ ਨੂੰ ਮਰਜ਼ੀ ਤੁਰ ਪੈਣਗੇ। ਨਹੀਂ, ਉਹ ਕਹਿਣਗੇ ਜੀ ਇੰਨਾ ਦਾਇਰਾ ਤੁਹਾਡਾ, ਇਹਦੇ ਵਿੱਚ ਹੀ ਤੁਸੀਂ ਖੇਡ ਸਕਦੇ ਹੋ, ਇਹਦੋਂ ਵੱਧ ਨਹੀਂ। ਉਹਦੀ ਇੱਕ ਲਿਮਟ ਹੈ, ਉਹਦਾ ਇੱਕ ਰੂਲ ਹੈ। ਇਸੇ ਤਰ੍ਹਾਂ ਸਰੀਰ ਦੀ ਵੀ ਇੱਕ ਲਿਮਟ ਹੈ। ਇਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਕੋਠੇ ਧੁਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਪਿਆਰਿਆ, ਆਪਣੇ ਅੰਦਰ ਦੀ ਗਾਫਲਤਾਈ ਦੀ ਨੀਂਦ ਛੱਡ, ਤੂੰ ਕੋਠੇ ਤੇ ਦੌੜ ਰਿਹਾ। ਭੀਤ ਊਪਰੇ ਕੇਤਕ ਧਾਈਐ, ਅੰਤ ਔਰ ਕੁਆਹ। ਕੰਧ ਦੇ ਉੱਤੇ ਭੱਜਣ ਵਾਲੇ ਦਾ ਅੰਤ ਬਹੁਤਾ ਦੂਰ ਨਹੀਂ ਹੁੰਦਾ। ਫਿਰ ਫਰਮਾਉਂਦੇ ਨੇ, ਜੋ ਦੇਹ ਲੱਦੇ ਗਾਣਵੇ, ਗਏ ਵਿਲਾੜ ਵਿਲਾੜ। ਜਿਹੜੇ ਗਿਣਤੀ ਦੇ ਤੈਨੂੰ ਦਿਨ ਮਿਲੇ ਨਾ, ਗਿਣਤੀ ਦੇ ਗਿਣੇ ਜਾਣ ਵਾਲੇ, ਕਾਊਂਟ ਹੋ ਸਕਦਾ ਹੈ ਸਮਾਂ, ਜਿੰਨਾ ਕਿ ਤੇਰੇ ਕੋਲ ਸਮਾਂ ਹੈ ਨਾ, ਇਹ ਕਾਊਂਟਲੈਸ ਨਹੀਂ ਹੈ, ਇਹ ਗਿਣਤੀ 'ਚ ਆ ਸਕਦਾ ਹੈ ਤੇ ਉਹ ਹੌਲੀ ਹੌਲੀ ਗੁਜ਼ਰਦੇ ਜਾ ਰਹੇ। ਜਿੰਨੇ ਕੁ ਗਿਣਤੀ ਦਾ ਸਮਾਂ ਤੈਨੂੰ ਮਿਲਿਆ, ਹੌਲੀ ਹੌਲੀ ਲੰਘਦਾ ਜਾ ਰਿਹਾ। ਇਸ ਕਰਕੇ ਆਪਣੇ ਜੀਵਨ ਦੇ ਇਸ ਸਮੇਂ ਨੂੰ ਸੰਭਾਲ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ ਆਬ ਨਾ ਭਜਸ, ਭਜਸ ਕਬ ਭਾਈ ਆਵੈ ਅੰਤ ਨਾ ਭਜਿਆ ਜਾਏ। ਗਰੀਬ ਨਵਾਜ ਬਖਸ਼ਿਸ਼ ਕਰਨ। ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।